ਬੱਚਿਓ ਅੱਜ ਅਸੀਂ ਡਿਸਟੈਂਸ ਐਂਡ ਡਿਸਪਲੇਸਮੈਂਟ ਦੇ ਵਿੱਚ ਮਤਲਬ ਕੀ ਡਿਫਰੈਂਸ ਆ ਆਪਾਂ ਉਹ ਦੇਖਾਂਗੇ। ਠੀਕ ਹੈ, ਪਾਥ ਲੈਂਥ ਜਿਵੇਂ ਹੁੰਦੀ ਆ, ਪਾਥ ਲੈਂਥ ਕੀ ਹੁੰਦੀ ਆ ਅਸਲ ਦੇ ਵਿੱਚ ਡਿਸਟੈਂਸ ਹੀ ਹੁੰਦਾ। ਠੀਕ ਹੈ, ਜਿਵੇਂ ਸਪੋਜ਼ ਕਰੋ ਪਹਿਲਾਂ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ। ਪਹਿਲਾਂ ਚਲੋ ਆਪਾਂ ਇਗਜ਼ਾਮਪਲ ਲੈਂਦੇ ਹਾਂ। ਜਿਵੇਂ ਤੁਹਾਡਾ ਇਹ ਘਰ ਆ, ਠੀਕ ਹੈ, ਇਹ ਕੀ ਆ ਆਪਣਾ ਤੁਹਾਡਾ ਹੋਮ ਆ। ਤੁਸੀਂ ਸ਼ੋਪ 'ਤੇ ਗਏ, ਸ਼ੋਪ 'ਤੇ ਜਾਂ ਫਿਰ ਤੁਸੀਂ ਸ਼ੋਪ 'ਤੇ ਗਏ, ਠੀਕ ਹੈ, ਸ਼ੋਪ ਤੋਂ ਤੁਸੀਂ ਕਿੱਥੇ ਗਏ, ਸਕੂਲ ਗਏ। ਇਹ ਤੁਹਾਡੇ ਹੈਗੇ ਆ 1 ਕਿਲੋਮੀਟਰ ਦੇ ਆ, ਇਹ ਵੀ ਤੁਹਾਡੇ ਅੱਗੇ ਕਿਲੋਮੀਟਰ ਆ। ਮਤਲਬ ਤੁਹਾਡਾ ਕੀ ਆ, ਟੋਟਲ ਕਿੰਨਾ ਡਿਸਟੈਂਸ ਹੋ ਗਿਆ, 2 ਕਿਲੋਮੀਟਰ। ਜਦੋਂ ਤੁਸੀਂ ਆਪਣੇ ਹੋਮ ਤੋਂ ਸਕੂਲ ਦੇ ਵਿੱਚ ਗਏ ਤਾਂ ਕਿੰਨੇ ਡਿਸਟੈਂਸ ਟਰੈਵਲ ਕੀਤਾ, 2 ਕਿਲੋਮੀਟਰ ਦਾ ਡਿਸਟੈਂਸ ਜਿਹੜਾ ਹੈਗਾ ਟਰੈਵਲ ਕੀਤਾ। ਠੀਕ ਹੈ, ਅਤੇ ਤੁਸੀਂ ਸਕੂਲ ਤੋਂ ਦੁਬਾਰਾ ਘਰ ਆਏ ਤਾਂ ਕਿੰਨਾ ਡਿਸਟੈਂਸ ਕਵਰ ਹੋ ਗਿਆ, 4 ਕਿਲੋਮੀਟਰ। ਇਹ ਕੀ ਹੋ ਗਿਆ ਤੁਹਾਡਾ ਡਿਸਟੈਂਸ ਹੋ ਗਿਆ। ਹੋਮ ਤੋਂ ਸ਼ੋਪ ਤੋਂ ਸਕੂਲ ਗਏ, ਸਕੂਲ ਤੋਂ ਦੁਬਾਰਾ ਘਰ ਆਏ, 2 ਕਿਲੋਮੀਟਰ ਜਾਣ ਦਾ ਹੋ ਗਿਆ, 2 ਕਿਲੋਮੀਟਰ ਜਿਹੜਾ ਹੈਗਾ ਆਉਣ ਦਾ ਹੋ ਗਿਆ। ਟੋਟਲ ਕਿੰਨਾ ਹੋ ਗਿਆ, 4 ਕਿਲੋਮੀਟਰ। ਇਹ ਕੀ ਹੈ ਤੁਹਾਡਾ ਡਿਸਟੈਂਸ। ਜੇ ਹੁਣ ਤੁਸੀਂ ਡਿਸਪਲੇਸਮੈਂਟ ਦੇਖੋ, ਠੀਕ ਹੈ, ਤਾਂ ਤੁਸੀਂ ਹੋਮ ਤੋਂ ਸ਼ੋਪ 'ਤੇ ਗਏ, ਜਦੋਂ ਤੁਸੀਂ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹੋ, ਮਤਲਬ ਡਿਸਟੈਂਸ ਦੇ ਵਿੱਚ ਆਪਾਂ ਨੂੰ ਡਾਇਰੈਕਸ਼ਨ ਕੋਈ ਇਫੈਕਟ ਨਹੀਂ ਕਰਦੀ ਹੈਗੀ। ਬਟ ਜਦੋਂ ਤੁਸੀਂ ਮਤਲਬ ਡਿਸਪਲੇਸਮੈਂਟ ਦੇਖ ਰਹੇ ਹੋ ਤਾਂ ਤੁਹਾਨੂੰ ਡਾਇਰੈਕਸ਼ਨ ਜਿਹੜੀ ਹੁੰਦੀ ਆ ਮਤਲਬ ਆਪਾਂ ਨੂੰ ਡਾਇਰੈਕਸ਼ਨ ਵੀ ਨਾਲ ਦੇਖਣੀ ਪੈਂਦੀ ਆ। ਤੁਸੀਂ ਹੋਮ ਤੋਂ ਸ਼ੋਪ 'ਤੇ ਗਏ, 1 ਕਿਲੋਮੀਟਰ ਡਿਸਟੈਂਸ ਕਵਰ ਕੀਤਾ ਤਾਂ ਡਿਸਪਲੇਸਮੈਂਟ ਕਿੰਨੀ ਹੋਊਗੀ, 1 ਕਿਲੋਮੀਟਰ ਹੀ ਹੋਊਗੀ। ਹੁਣ ਸ਼ੋਪ ਤੋਂ ਅੱਗੇ ਸਕੂਲ 'ਚ ਗਏ ਤਾਂ ਡਿਸਟੈਂਸ ਕਿੰਨਾ ਕਵਰ ਕੀਤਾ, ਅੱਗੇ 1 ਕਿਲੋਮੀਟਰ ਹੋਰ ਕੀਤਾ। ਠੀਕ ਹੈ, ਟੋਟਲ ਕਿੰਨਾ ਡਿਸਟੈਂਸ ਹੋ ਗਿਆ, 2 ਕਿਲੋਮੀਟਰ। ਤਾਂ ਡਿਸਪਲੇਸਮੈਂਟ ਕਿੰਨੀ ਹੋਗੀ, ਡਿਸਪਲੇਸਮੈਂਟ ਵੀ 2 ਕਿਲੋਮੀਟਰ ਹੀ ਹੋਗੀ। ਠੀਕ ਹੈ, ਪਰ ਜਦੋਂ ਤੁਸੀਂ ਸਕੂਲ ਤੋਂ ਦੁਬਾਰਾ ਘਰ ਆ ਗਏ ਤਾਂ ਤੁਹਾਡਾ ਡਿਸਟੈਂਸ ਕਿੰਨਾ ਹੋ ਗਿਆ, 4 ਕਿਲੋਮੀਟਰ। ਬਟ ਜਦੋਂ ਤੁਸੀਂ ਸਕੂਲ ਤੋਂ ਸ਼ੋਪ 'ਤੇ ਗਏ ਤਾਂ ਤੁਹਾਡੀ ਡਿਸਟੈਂਸ ਕਿੰਨਾ, 1 ਹੋਮ ਤੋਂ ਸਕੂਲ ਗਏ 2 ਕਿਲੋਮੀਟਰ, ਦੁਬਾਰਾ ਸ਼ੋਪ 'ਤੇ ਆ ਗਏ 3 ਕਿਲੋਮੀਟਰ ਹੋ ਗਿਆ ਡਿਸਟੈਂਸ। ਬਟ ਜਦੋਂ ਸਕੂਲ ਤੋਂ ਜੇ ਤੁਸੀਂ ਹੋਮ ਤੋਂ ਸਕੂਲ ਜਾਂਦੇ ਹੋ ਤਾਂ ਡਿਸਟੈਂਸ ਅਤੇ ਡਿਸਪਲੇਸਮੈਂਟ ਜਿਹੜੀ ਹੁੰਦੀ ਇੱਕ ਡਾਇਰੈਕਸ਼ਨ ਦੇ ਵਿੱਚ ਹੋ ਗਏ ਨਾ, ਡਿਸਪਲੇਸਮੈਂਟ ਅਤੇ ਡਿਸਟੈਂਸ ਸੇਮ ਹੋਣਗੇ। ਪਰ ਜੇ ਦੁਬਾਰਾ ਤੁਸੀਂ ਸ਼ੋਪ 'ਤੇ ਆ ਗਏ ਤਾਂ ਡਿਸਟੈਂਸ ਕੀ ਹੋ ਜੂਗਾ, ਡਿਸਟੈਂਸ ਹੋ ਜੂਗਾ 3, ਬਟ ਡਿਸਪਲੇਸਮੈਂਟ ਕਿੰਨੀ ਹੋ ਜੂਗੀ, 2। ਇਹਦੇ ਵਿੱਚੋਂ ਇੱਕ ਜਿਹੜਾ ਹੈਗਾ 2 ਦੇ ਵਿੱਚੋਂ 1 ਘੱਟ ਜੂਗਾ, 2 ਪਹਿਲਾਂ 2 ਸੀ, 2 ਦੇ ਵਿੱਚੋਂ 1 ਕਿਲੋਮੀਟਰ ਘੱਟ ਜੂਗਾ, 1 ਰਹਿ ਜੂ। ਤਾਂ ਡਿਸਪਲੇਸਮੈਂਟ ਕਿੰਨੀ ਰਹਿ ਜੂਗੀ, 1 ਰਹਿ ਜੂ। ਬਟ ਜੇ ਤੁਸੀਂ ਸਕੂਲ ਤੋਂ ਦੁਬਾਰਾ ਘਰ ਆ ਗਏ ਤਾਂ ਡਿਸਪਲੇਸਮੈਂਟ ਕਿੰਨੀ ਹੋ ਜੂਗੀ, 0। ਮਤਲਬ ਜੇ ਉਸੀ ਪੁਆਇੰਟ ਤੋਂ ਚੱਲ ਕੇ ਤੁਸੀਂ ਦੁਬਾਰਾ ਉਸੀ ਪੁਆਇੰਟ 'ਤੇ ਪਹੁੰਚ ਜਾਂਦੇ ਹੋ ਤਾਂ ਡਿਸਪਲੇਸਮੈਂਟ ਕੀ ਹੋ ਜਾਂਦੀ ਹੈ, 0 ਹੋ ਜਾਂਦੀ ਹੈ। ਠੀਕ ਹੈ, ਹੁਣ ਆਪਾਂ ਡੈਫੀਨੇਸ਼ਨ ਦੇਖਦੇ ਹਾਂ। ਦਾ path length of an object in a motion in a given time is the length of actual path traversed by the object in the given time। ਕਿਸੇ ਗਿਵਨ ਟਾਈਮ ਦੇ ਵਿੱਚ ਜਿਹੜਾ ਤੁਸੀਂ ਲੈਂਥ ਜਿਹੜਾ ਤੁਸੀਂ ਐਕਚੁਅਲ ਪਾਥ ਜਿਹੜਾ ਡਿਸਟੈਂਸ ਜਿਹੜਾ ਤੁਸੀਂ ਕਵਰ ਕੀਤਾ, ਜਿਵੇਂ ਤੁਸੀਂ ਹੋਮ ਤੋਂ ਸਕੂਲ ਗਏ ਸੀਗੇ, ਸਕੂਲ ਤੋਂ ਦੁਬਾਰਾ ਵਾਪਸ ਆ ਗਏ, ਤੁਸੀਂ 2 ਕਿਲੋਮੀਟਰ ਜਾਣ ਦਾ ਟਰੈਵਲ ਕੀਤਾ ਸੀ, 2 ਕਿਲੋਮੀਟਰ ਜਿਹੜਾ ਹੈਗਾ ਆਉਣ ਦਾ ਟਰੈਵਲ ਕੀਤਾ ਸੀਗਾ। ਠੀਕ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਪਾਥ ਲੈਂਥ ਜਾਂ ਫਿਰ ਡਿਸਟੈਂਸ ਅਤੇ ਪਾਥ ਲੈਂਥ ਸੇਮ ਹੀ ਹੁੰਦੀ ਆ। ਠੀਕ ਹੈ, ਅੱਗੇ ਤੁਹਾਨੂੰ ਇਗਜ਼ਾਮਪਲ ਦਿੱਤੀ ਹੋਈ ਆ। ਸਪੋਜ਼ ਇੱਕ ਓਬਜੈਕਟ ਆ, ਗੋਜ਼ ਹੁੰਦਾ ਫਰੋਮ A to C, A ਤੋਂ ਲੈ ਕੇ C ਤੱਕ ਗਏ। ਠੀਕ ਹੈ, ਅਤੇ ਉਸ ਤੋਂ ਬਾਅਦ ਫੋਲੋ ਕੀਤਾ ਪਾਥ ABC ਪਾਥ ਫੋਲੋ ਕੀਤਾ ਸਰਟਨ ਟਾਈਮ ਦੇ ਵਿੱਚ। ਪਾਥ ਲੈਂਥ ਟਰਾਂਸਫਰਸ ਬਾਈ ਦਾ ਓਬਜੈਕਟ ਇਨ ਟਾਈਮ T। A ਤੋਂ B ਗਏ, B ਤੋਂ C ਗਏ। ਠੀਕ ਹੈ, ਜਾਂ ਤੋਂ A ਤੋਂ B ਗਏ, B ਤੋਂ C ਗਏ। ਉਸ ਤੋਂ ਬਾਅਦ ਇਫ ਓਬਜੈਕਟ ਗੋਜ਼ ਫਰੋਮ A to B, B to C ਐਂਡ C to A, ਦੁਬਾਰਾ C to A ਦੇ ਅੱਗੇ ਟਾਈਮ T ਦੇ ਵਿੱਚ, ਤਾਂ ਪਾਥ ਲੈਂਥ ਟੋਟਲ ਕਿੰਨੀ ਹੋਊਗੀ। ਮਤਲਬ ਤੁਸੀਂ ਕਿੱਥੇ ਗਏ ਸੀ, ਪਹਿਲਾਂ A ਤੋਂ B ਗਏ, B ਤੋਂ ਕਿੱਥੇ ਗਏ, C ਗਏ, C ਤੋਂ ਦੁਬਾਰਾ ਫਿਰ ਕਿੱਥੇ ਆ ਗਏ, C ਤੋਂ ਦੁਬਾਰਾ ਫਿਰ A 'ਤੇ ਆ ਗਏ। ਤਾਂ ਕਿੰਨੇ ਟਾਈਮ ਦੇ ਵਿੱਚ ਇਹ ਡਿਸਟੈਂਸ ਕਵਰ ਕੀਤਾ। ਠੀਕ ਹੈ, ਤਾਂ ਉਹ ਕੀ ਹੋ ਜੂਗੀ, ਮਤਲਬ ਇਹ ਕੀ ਆ ਕਿਸੇ ਗਿਵਨ ਟਾਈਮ ਦੇ ਵਿੱਚ, ਤਾਂ ਇਹਨਾਂ ਤਿੰਨਾਂ ਦਾ ਸਮ ਕੀ ਹੋ ਜੂਗਾ ਤੁਹਾਡੇ ਕੋਲ, ਟੋਟਲ ਡਿਸਟੈਂਸ ਕਵਰ ਹੋ ਜੂਗਾ। A ਤੋਂ B ਪੁਆਇੰਟ ਗਏ, B ਤੋਂ C ਗਏ, C ਤੋਂ ਦੁਬਾਰਾ A 'ਤੇ ਆ ਗਏ। ਇਹ ਟੋਟਲ ਜਿਹੜਾ ਤੁਸੀਂ ਪਾਥ ਲੈਂਥ ਜਿਹੜਾ ਹੈਗਾ ਡਿਸਟੈਂਸ ਟਰੈਵਲ ਕੀਤਾ, ਇਸ ਨੂੰ ਹੀ ਟੋਟਲ ਡਿਸਟੈਂਸ ਦਾ ਪਾਥ ਲੈਂਥ ਮੰਨਿਆ ਜਾਂਦਾ। ਠੀਕ ਹੈ, ਉਸ ਤੋਂ ਬਾਅਦ ਹੈਗੀ ਆ ਪਾਥ ਲੈਂਥ ਕੀ ਹੈ, ਇੱਕ ਸਕੇਲਰ ਕੁਆਂਟਿਟੀ ਆ। ਮਤਲਬ ਇਹਦੇ ਵਿੱਚ ਆਪਾਂ ਸਿਰਫ ਮੈਗਨੀਟਿਊਡ ਦੇਖਦੇ ਹਾਂ, ਡਾਇਰੈਕਸ਼ਨ ਜਿਹੜੀ ਹੈਗੀ ਆ ਕੋਈ ਮਾਇਨੇ ਨਹੀਂ ਕਰਦੀ। ਜਿਹੜੀ ਪਾਥ ਲੈਂਥ ਆ, ਪਾਥ ਲੈਂਥ ਜਾਂ ਡਿਸਟੈਂਸ ਆ, ਉਹ 0 ਹੋ ਸਕਦਾ, ਕੈਨ ਨੈਵਰ ਵੀ 0 ਔਰ ਨੈਗੇਟਿਵ। 0 ਅਤੇ ਨੈਗੇਟਿਵ ਹੋ ਨਹੀਂ ਸਕਦੇ ਹੈਗੇ। ਠੀਕ ਹੈ, 0 ਅਤੇ ਨੈਗੇਟਿਵ ਹੋ ਨਹੀਂ ਸਕਦੀ, ਇਹ ਹਮੇਸ਼ਾ ਕੀ ਹੁੰਦਾ, ਪੋਜ਼ੀਟਿਵ ਹੀ ਹੁੰਦਾ। ਠੀਕ ਹੈ,
ਹੁਣ ਹੈਗੀ ਆ ਡਿਸਪਲੇਸਮੈਂਟ। ਡਿਸਪਲੇਸਮੈਂਟ ਕੀ ਸੀ, ਜੇਕਰ ਤੁਸੀਂ ਇੱਕ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹੋ ਤਾਂ ਡਿਸਟੈਂਸ ਦੇ ਡਿਸਪਲੇਸਮੈਂਟ ਜਿਹੜੇ ਨੇ ਇਕੁਅਲ ਹੋਣਗੇ। ਬਟ ਜੇ ਤੁਸੀਂ ਮਤਲਬ ਜਿਸ ਪੁਆਇੰਟ ਤੋਂ ਸ਼ੁਰੂ ਕੀਤਾ ਸੀ ਉਸ ਪੁਆਇੰਟ 'ਤੇ ਦੁਬਾਰਾ ਆ ਗਏ, ਜਿਵੇਂ ਆਪਾਂ ਨੇ ਸ਼ੁਰੂ ਕੀਤਾ ਸੀਗਾ A ਤੋਂ B, B ਤੋਂ C ਤੋਂ ਦੁਬਾਰਾ A 'ਤੇ ਆ ਗਏ, ਤਾਂ ਤੁਹਾਡਾ ਜਿੰਨਾ ਵੀ ਜੇ ਡਿਸਟੈਂਸ ਕਵਰ ਕੀਤਾ ਹੋਵੇ, ਅਗਰ ਦੁਬਾਰਾ ਤੁਸੀਂ ਉਸ ਪੁਆਇੰਟ 'ਤੇ ਆ ਗਏ ਤਾਂ ਡਿਸਪਲੇਸਮੈਂਟ ਕੀ ਹੋ ਜੂਗੀ, 0 ਹੋ ਜੂਗੀ। ਮਤਲਬ ਡਿਸਪਲੇਸਮੈਂਟ ਕਿਹੜੀ ਹੈਗੀ ਆ, ਜਿਹੜੀ 0 ਵੀ ਹੋ ਸਕਦੀ ਆ, ਠੀਕ ਹੈ। ਅਤੇ ਉਸ ਤੋਂ ਬਾਅਦ ਹੈਗਾ ਇਹਦੇ ਵਿੱਚ ਜਿਹੜਾ ਸੇਮ ਸਮਝਾਇਆ ਹੋਇਆ, ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ। ਦ ਡਿਸਪਲੇਸਮੈਂਟ ਆਫ ਐਨ ਓਬਜੈਕਟ ਇਨ ਮੋਸ਼ਨ ਇਨ ਗਿਵਨ ਟਾਈਮ ਇਜ਼ ਡਿਫਾਈਨਡ ਐਜ਼ ਚੇਂਜ ਇਨ ਪੋਜੀਸ਼ਨ ਆਫ ਦ ਓਬਜੈਕਟ। ਚੇਂਜ ਇਨ ਪੋਜੀਸ਼ਨ ਵੀ ਹੋ ਸਕਦਾ, ਮਤਲਬ ਓਰੀਜਨਲ ਪੋਜੀਸ਼ਨ, ਫਾਈਨਲ ਪੋਜੀਸ਼ਨ ਮਾਈਨਸ ਇਨੀਸ਼ੀਅਲ ਪੋਜੀਸ਼ਨ। ਚੇਂਜ ਇਨ ਪੋਜੀਸ਼ਨ ਕੀ ਹੁੰਦਾ, ਫਾਈਨਲ ਪੋਜੀਸ਼ਨ ਮਾਈਨਸ ਇਨੀਸ਼ੀਅਲ ਪੋਜੀਸ਼ਨ। ਦ ਡਿਫਰੈਂਸ ਬਿਟਵੀਨ ਫਾਈਨਲ ਐਂਡ ਇਨੀਸ਼ੀਅਲ ਪੋਜੀਸ਼ਨ ਆਫ ਦ ਬੋਡੀ ਇਨ ਏ ਗਿਵਨ ਟਾਈਮ। ਜਾਂ ਫਿਰ ਇੱਕ ਦੀ ਇਹਦੀ ਹੋਰ ਡੈਫੀਨੇਸ਼ਨ ਹੁੰਦੀ ਹੈ, ਸ਼ੋਰਟੈਸਟ ਡਿਸਟੈਂਸ ਬਿਟਵੀਨ ਦ ਗਿਵਨ ਟਾਈਮ। ਜਿਵੇਂ ਹੁਣ ਆਪਾਂ ਨੇ ਇੱਥੇ ਐਗਜ਼ਾਮਪਲ ਲਈ ਸੀ, A ਤੋਂ B ਗਿਆ, B ਤੋਂ C ਗਿਆ, ਠੀਕ ਹੈ, C ਤੋਂ ਦੁਬਾਰਾ A 'ਤੇ ਵਗ ਗਿਆ, ਜਾਂ ਫਿਰ A ਤੋਂ B ਗਿਆ, B ਤੋਂ C ਗਿਆ। ਤਾਂ ਇਹਦੇ ਵਿੱਚ ਸ਼ੋਰਟੇਜ ਡਿਸਟੈਂਸ ਇਹ ਵੀ ਤਾਂ ਹੈਗਾ ਵੀ A ਤੋਂ ਸਿੱਧਾ C ਜਾ ਸਕਦਾ। ਹੁਣ A ਤੋਂ B ਜਾਵਾਂਗੇ, B ਤੋਂ C ਜਾਵਾਂਗੇ, ਇਹ ਕੀ ਹੈ, ਲੌਂਗ ਡਿਸਟੈਂਸ ਪੈ ਗਿਆ, ਲੌਂਗ, ਠੀਕ ਹੈ, ਲੌਂਗ ਰਸਤਾ ਪੈ ਗਿਆ ਆਪਣੇ ਕੋਲ। ਜੇ ਆਪਾਂ A ਤੋਂ ਸਿੱਧਾ ਵਗ ਜਾਈਏ ਤਾਂ ਇਹ ਸ਼ੋਰਟੇਜ ਡਿਸਟੈਂਸ ਹੋ ਜਾਊਗਾ। ਤਾਂ ਇਹਦੀ ਡੈਫੀਨੇਸ਼ਨ ਇੱਕ ਹੋਰ ਵੀ ਆ ਡਿਸਪਲੇਸਮੈਂਟ ਦੀ ਵੀ, ਅਗਰ ਸ਼ੋਰਟੇਜ ਡਿਸਟੈਂਸ ਆ ਜਿਹੜਾ ਉਸਨੂੰ ਵੀ ਹੀ ਡਿਸਪਲੇਸਮੈਂਟ ਕਿਹਾ ਜਾਂਦਾ। ਫਿਰ ਜਾਂ ਫਿਰ ਫਾਈਨਲ ਪੋਜੀਸ਼ਨ ਦੇ ਇਹਦੇ ਵਿੱਚ ਸਿਰਫ ਦੇਖੀ ਜਾਂਦੀ ਹੈ ਫਾਈਨਲ ਪੋਜੀਸ਼ਨ ਅਤੇ ਇਨੀਸ਼ੀਅਲ ਪੋਜੀਸ਼ਨ, ਮਤਲਬ ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਆਪਾਂ ਕਿਹੜਾ ਰਸਤਾ ਜਿਹੜਾ ਹੈਗਾ, ਠੀਕ ਹੈ। ਮਤਲਬ ਇਹਦੇ ਵਿੱਚ ਆਪਾਂ ਸ਼ੋਰਟੇਜ ਡਿਸਟੈਂਸ ਆ ਜਿਹੜਾ ਯੂਜ਼ ਕਰਕੇ ਵੀ ਜਾ ਸਕਦੇ ਹਾਂ। ਇਹਦੇ ਵਿੱਚ ਫਾਈਨਲ ਦੇਖਿਆ ਜਾਂਦਾ ਅਤੇ ਇਨੀਸ਼ੀਅਲ ਦੇਖਿਆ ਜਾਂਦਾ। which is the shortest distance between the two position of object. Its direction is from initial to final position of the object during the time interval of the line। ਇਹ ਕੀ ਹੁੰਦਾ, ਇਹਨੂੰ ਆਪਾਂ ਵੈਕਟਰ ਦੇ ਨਾਲ ਜਿਹੜਾ ਹੈਗਾ ਇਨੀਸ਼ੀਅਲ ਅਤੇ ਫਾਈਨਲ ਪੋਜੀਸ਼ਨ, ਜਿਵੇਂ A ਤੋਂ B ਗਿਆ ਆਪਾਂ ਤਾਂ ਉਹਨੂੰ A B ਵੈਕਟਰ ਦੇ ਨਾਲ ਆਪਾਂ ਜਿਹੜਾ ਹੈਗਾ ਸ਼ੋਅ ਕਰਾਂਗੇ। ਜਿਵੇਂ ਇੱਥੇ ਆਪਾਂ A ਤੋਂ C ਗਏ ਸੀ ਤਾਂ AC ਵੈਕਟਰ ਦੇ ਨਾਲ ਸ਼ੋਅ ਕੀਤਾ। ਇਹ ਇੱਕ ਵੈਕਟਰ ਕੁਆਂਟਿਟੀ ਆ, ਠੀਕ ਹੈ। ਇਹਦੇ ਵਿੱਚ ਕੁਝ ਡਿਫਰੈਂਸ ਹੈਗੇ ਨੇ, ਆਪਾਂ ਡਿਫਰੈਂਸ ਦੇਖਦੇ ਹਾਂ। ਇਹ ਡਿਸਟੈਂਸ ਲਿਖਿਆ ਹੋਇਆ, ਡਿਸਟੈਂਸ ਅਤੇ ਇਹ ਡਿਸਪਲੇਸਮੈਂਟ। ਡਿਸਟੈਂਸ ਨੂੰ ਪਾਥ ਲੈਂਥ ਵੀ ਕਹਿੰਦੇ ਆ, ਜਿਹੜਾ ਐਕਚੁਅਲ ਪਾਥ ਟਰੈਵਲ ਕੀਤਾ ਜਾਂਦਾ ਬਾਏ ਦਾ ਓਬਜੈਕਟ ਇਨ ਏ ਗਿਵਨ ਟਾਈਮ, ਉਸਨੂੰ ਅਸੀਂ ਕਹਿੰਦੇ ਹਾਂ ਡਿਸਟੈਂਸ। ਅਤੇ ਡਿਸਪਲੇਸਮੈਂਟ ਹੁੰਦੀ ਆ ਇਹ ਸ਼ੋਰਟੇਜ ਡਿਸਟੈਂਸ ਹੁੰਦਾ ਬਿਟਵੀਨ ਇਨੀਸ਼ੀਅਲ ਐਂਡ ਫਾਈਨਲ ਪੋਜੀਸ਼ਨ ਆਫ ਦਾ ਓਬਜੈਕਟ ਇਨ ਏ ਗਿਵਨ ਟਾਈਮ। ਸ਼ੋਰਟੇਜ ਡਿਸਟੈਂਸ ਜਿਹੜਾ ਟਰੈਵਲ ਕੀਤਾ ਜਾਂਦਾ ਬਿਟਵੀਨ ਇਨੀਸ਼ੀਅਲ ਅਤੇ ਫਾਈਨਲ ਪੁਆਇੰਟ, ਜਿਹੜਾ ਸ਼ੋਰਟੇਜ ਡਿਸਟੈਂਸ ਹੁੰਦਾ ਉਸਨੂੰ ਡਿਸਪਲੇਸਮੈਂਟ ਕਹਿਣੀ ਜਾਂਦੀ ਆ। ਅਤੇ ਐਕਚੁਅਲ ਪਾਥ ਜਿਹੜਾ ਟਰੈਵਲ ਕੀਤਾ ਜਾਂਦਾ ਉਸਨੂੰ ਡਿਸਟੈਂਸ ਕਿਹਾ ਜਾਂਦਾ। ਅਤੇ ਡਿਸਟੈਂਸ ਕੀ ਆ, ਇੱਕ ਸਕੇਲਰ ਕੁਆਂਟਿਟੀ ਆ, ਅਤੇ ਡਿਸਪਲੇਸਮੈਂਟ ਕੀ ਆ, ਇੱਕ ਵੈਕਟਰ ਕੁਆਂਟਿਟੀ ਆ, ਠੀਕ ਹੈ। ਡਿਸਟੈਂਸ ਟਰੈਵਲਡ ਬਾਈ ਓਬਜੈਕਟ ਇਨ ਏ ਗਿਵਨ ਟਾਈਮ ਇਜ਼ ਨੈਵਰ ਨੈਗੇਟਿਵ ਨਹੀਂ ਹੋ ਸਕਦੀ। ਮਤਲਬ ਜਿਹੜਾ ਆਪਾਂ ਡਿਸਟੈਂਸ ਟਰੈਵਲ ਕਰਦੇ ਹਾਂ ਉਹ ਹਮੇਸ਼ਾ ਪੋਜ਼ੀਟਿਵ ਹੁੰਦਾ, ਨਾ ਹੀ ਨੈਗੇਟਿਵ ਹੋ ਸਕਦਾ, ਨਾ ਹੀ 0 ਹੋ ਸਕਦਾ। ਬਟ ਡਿਸਪਲੇਸਮੈਂਟ ਜਿਹੜੀ ਹੁੰਦੀ ਆ ਉਹ ਪੋਜ਼ੀਟਿਵ ਵੀ ਹੁੰਦੀ ਆ। ਪੋਜ਼ੀਟਿਵ ਕਦੋਂ ਹੁੰਦੀ ਆ, ਜਦੋਂ ਆਪਾਂ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹਾਂ। ਜਿਵੇਂ ਹੋਮ ਤੋਂ ਸਕੂਲ ਗਏ ਸੀ ਤਾਂ ਡਿਸਟੈਂਸ ਅਤੇ ਡਿਸਪਲੇਸਮੈਂਟ ਦੋਨੋਂ ਇਕੁਅਲ ਸੀਗੇ, ਮਤਲਬ ਪੋਜ਼ੀਟਿਵ ਸੀਗੇ। ਅਤੇ ਹੁਣ ਉਸੇ ਪੁਆਇੰਟ 'ਤੇ ਦੁਬਾਰਾ ਵਾਪਸ ਆ ਗਏ, ਉਹ ਕੀ ਹੁੰਦਾ, 0 ਹੋ ਜਾਂਦੇ ਨੇ, ਠੀਕ ਹੈ। ਹੁਣ ਹੋਮ ਤੋਂ ਸਕੂਲ ਗਏ, ਸਕੂਲ ਤੋਂ ਦੁਬਾਰਾ ਘਰ ਆ ਗਏ ਤਾਂ ਕੀ ਹੋ ਜੂ, 0 ਹੋ ਜੂ। ਮਤਲਬ ਇਸ ਤਰ੍ਹਾਂ ਨੈਗੇਟਿਵ ਵੀ ਹੋ ਸਕਦੀ ਹੈ, ਠੀਕ ਹੈ। ਡਿਸਟੈਂਸ ਟਰੈਵਲ ਇਨ ਏ ਗਿਵਨ ਟਾਈਮ ਇਜ਼ ਆਈਦਰ ਇਕੁਅਲ ਔਰ ਗ੍ਰੇਟਰ ਦੈਨ ਡਿਸਪਲੇਸਮੈਂਟ ਬਟ ਨੈਵਰ ਲੈਸ ਦੈਨ ਡਿਸਪਲੇਸਮੈਂਟ। ਜਿਹੜੀ ਡਿਸਟੈਂਸ ਹੁੰਦਾ ਉਹ ਜਾਂ ਤਾਂ ਡਿਸਪਲੇਸਮੈਂਟ ਦੇ ਇਕੁਅਲ ਹੋ ਸਕਦਾ ਜਾਂ ਫਿਰ ਉਸ ਤੋਂ ਬੜਾ ਹੋ ਸਕਦਾ, ਕਦੇ ਵੀ ਡਿਸਪਲੇਸਮੈਂਟ ਤੋਂ ਘੱਟ ਨਹੀਂ ਹੋ ਸਕਦਾ। ਮਤਲਬ ਆਪਾਂ ਹੋਮ ਤੋਂ ਸਕੂਲ ਗਏ ਸੀਗੇ ਤਾਂ ਡਿਸਟੈਂਸ ਅਤੇ ਡਿਸਪਲੇਸਮੈਂਟ ਜਿਹੜੀ ਹੁੰਦੀ ਆ ਉਹ ਦੋਨੇ ਇਕੁਅਲ ਸੀਗੀ। ਬਟ ਜਦੋਂ ਆਪਾਂ ਦੁਬਾਰੇ ਘਰੇ ਵਾਪਸ ਆ ਗਏ ਤਾਂ ਡਿਸਪਲੇਸਮੈਂਟ ਡਿਸਟੈਂਸ ਜਿਹੜਾ ਹੈਗਾ ਸੀ ਉਹ ਦੋਨਾਂ ਡਾਇਰੈਕਸ਼ਨ ਦਾ ਐਡ ਹੋ ਗਿਆ। ਹੋਮ ਤੋਂ ਸਕੂਲ ਦਾ, ਜਿਵੇਂ ਸਕੂਲ ਆਪਣੇ ਹੋਮ ਤੋਂ 2 ਕਿਲੋਮੀਟਰ ਅਤੇ ਵਾਪਸ ਅਤੇ ਜਾਣ ਅਤੇ ਵਾਪਸ ਆਉਣ ਦਾ ਰਸਤਾ ਕਿੰਨਾ 4 ਕਿਲੋਮੀਟਰ ਹੋ ਗਿਆ। ਬਟ ਦੁਬਾਰਾ ਵਾਪਸ ਆ ਗਏ ਉਸੇ ਪੁਆਇੰਟ 'ਤੇ ਤਾਂ ਡਿਸਪਲੇਸਮੈਂਟ ਕੀ ਹੋ ਗਈ, 0 ਹੋ ਗਈ। ਮਤਲਬ ਜਦੋਂ ਆਪਾਂ ਹੋਮ ਤੋਂ ਸਕੂਲ ਜਾ ਰਹੇ ਸੀ ਤਾਂ 2 ਕਿਲੋਮੀਟਰ ਹੋਇਆ ਸੀ ਤਾਂ ਡਿਸਟੈਂਸ ਵੀ 2 ਕਿਲੋਮੀਟਰ ਸੀ ਅਤੇ ਡਿਸਪਲੇਸਮੈਂਟ ਵੀ ਸੇਮ ਸੀ, ਠੀਕ ਹੈ। ਇਸੇ ਤਰ੍ਹਾਂ ਕੀ ਆ, ਤਾਂ ਆਪਾਂ ਕਹਿ ਸਕਦੇ ਹਾਂ ਡਿਸਟੈਂਸ ਅਤੇ ਡਿਸਪਲੇਸਮੈਂਟ ਜਿਹੜੇ ਨੇ ਇਕੁਅਲ ਹੋ ਸਕਦੇ ਨੇ। ਬਟ ਜਿਹੜਾ ਡਿਸਟੈਂਸ ਆ ਉਹ ਜ਼ਿਆਦਾ ਹੁੰਦਾ ਜਾਂ ਇਕੁਅਲ ਹੁੰਦਾ, ਗ੍ਰੇਟਰ ਵੀ ਹੋ ਸਕਦਾ, ਇਕੁਅਲ ਵੀ ਹੋ ਸਕਦਾ। ਬਟ ਡਿਸਪਲੇਸਮੈਂਟ ਆ ਉਹ ਇਕੁਅਲ ਵੀ ਹੋ ਸਕਦੀ ਹੈ, ਲੈਸ ਵੀ ਹੋ ਸਕਦੀ ਹੈ, ਕਦੇ ਵੀ ਗ੍ਰੇਟਰ ਨਹੀਂ ਹੋ ਸਕਦੀ, ਠੀਕ ਹੈ। ਡਿਸਪਲੇਸਮੈਂਟ distance covered by an object between two positions can have many values depending on the path followed। distance ਜਿਹੜਾ ਆਪਾਂ ਕਵਰ ਕਰਦੇ ਹਾਂ 2 ਪੁਆਇੰਟਸ ਦੇ ਵਿਚਕਾਰ ਹੁੰਦਾ, ਉਹਦੀਆਂ ਬਹੁਤ ਸਾਰੀਆਂ ਵੈਲਿਊਜ਼ ਹੁੰਦੀਆਂ ਨੇ, ਡਿਪੈਂਡ ਕਰਦਾ ਪਾਥ ਫੋਲੋ ਦੇ ਵਿੱਚ, ਠੀਕ ਹੈ। ਡਿਸਪਲੇਸਮੈਂਟ ਆਫ ਆਬਜੈਕਟ ਬਿਟਵੀਨ ਟੂ ਪੋਜੀਸ਼ਨ ਹੈਜ਼ ਯੂਨੀਕ ਵੈਲਿਊ। ਡਿਸਪਲੇਸਮੈਂਟ ਦੀ ਹਮੇਸ਼ਾ ਯੂਨੀਕ ਵੈਲਿਊ ਹੁੰਦੀ ਆ।
ਦਾ ਜਿਹੜਾ ਆਪਾਂ ਡਿਸਟੈਂਸ ਟਰੈਵਲ ਕਰਦੇ ਹਾਂ, ਓਬਜੈਕਟ ਜਿਹੜਾ ਡਿਸਟੈਂਸ ਟਰੈਵਲ ਕਰਦਾ ਬਿਟਵੀਨ ਟੂ ਪੋਜੀਸ਼ਨ, ਉਹ ਕੀ ਦੱਸਦਾ ਆਪਾਂ ਨੂੰ, ਕਿਸ ਮਤਲਬ ਪਾਥ ਫੋਲੋਡ ਬਾਰੇ ਦੱਸਦਾ, ਆਪਾਂ ਨੇ ਕਿੰਨਾ ਪਾਥ ਫੋਲੋ ਕੀਤਾ। ਡਿਸਪਲੇਸਮੈਂਟ ਕੀ ਦੱਸ ਰਹੀ ਹੈ ਆਪਾਂ ਨੂੰ, ਇਹ ਆਪਾਂ ਨੂੰ ਟਾਈਪ ਆਫ ਪਾਥ ਫੋਲੋ ਨਹੀਂ ਦੱਸਦੀ, ਆਪਾਂ ਨੂੰ ਸ਼ਾਰਟੇਜ ਡਿਸਟੈਂਸ ਦੱਸਦੀ ਹੈ। ਡਿਸਪਲੇਸਮੈਂਟ ਦੱਸਦੀ ਹੈ ਵੀ ਆਪਣੇ ਕਿੰਨਾ ਮਤਲਬ ਸ਼ਾਰਟੇਜ ਡਿਸਟੈਂਸ ਬਿਟਵੀਨ ਫਾਈਨਲ ਐਂਡ ਇਨੀਸ਼ੀਅਲ ਪੋਜੀਸ਼ਨ ਬਾਰੇ ਪਤਾ ਲੱਗਦਾ ਇਹਦੇ ਵਿੱਚੋਂ। ਠੀਕ ਹੈ, ਥੈਂਕ ਯੂ ਬੇਟਾ।